ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਆਪ ਜੀ ਦੇ ਨਾਲ ਅੱਜ ਅਸੀਂ ਕੁਝ ਬਹੁਤ ਵਿਸ਼ੇਸ਼ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ। ਉਹ ਵਿਚਾਰਾਂ ਹੈ ਕਿ ਸਿੱਖਾਂ ਦੇ ਬਾਰੇ ਅੰਗਰੇਜ਼ ਮੁਸਲਮਾਨ ਆਗੂਆਂ ਦਾ ਕੀ ਕਹਿਣਾ ਹੈ। ਆਓ ਆਪਾਂ ਸਾਰੇ ਹੀ ਇਹ ਵਿਚਾਰਾਂ ਨੂੰ ਸਰਵਣ ਕਰਨ ਦਾ ਯਤਨ ਕਰੀਏ ਕਿ ਸਿੱਖ ਕਿਤਨੀ ਮਹਾਨ ਕੌਮ ਹੈ। ਜਿਸ ਸਿੱਖ ਕੌਮ ਵਿੱਚ ਸਾਨੂੰ ਪਾਤਸ਼ਾਹ ਨੇ, ਵਾਹਿਗੁਰੂ ਜੀ ਨੇ ਜਨਮ ਦਿੱਤਾ ਹੈ। ਆਪਾਂ ਸਾਰੇ ਕਿਤਨੇ ਮਹਾਨ ਹਾਂ। ਆਓ ਇਹਨਾਂ ਅੰਗਰੇਜ਼ ਅਤੇ ਮੁਸਲਮਾਨ ਆਗੂਆਂ ਤੋਂ ਇਹਨਾਂ ਦੇ ਜੋ ਬੋਲ ਕੁਝ ਕਿਤਾਬਾਂ ਵਿੱਚ ਲਿਖੇ ਗਏ ਸਨ, ਉਹਨਾਂ ਦੇ ਰਾਹੀਂ ਅਸੀਂ ਸਰਵਣ ਕਰਨ ਦਾ ਯਤਨ ਕਰੀਏ। ਇਤਿਹਾਸਕਾਰਾਂ ਦੇ ਇਤਿਹਾਸਕਾਰ ਆਰਨਲਡ ਡਾਇਨਬੀ ਦੀ ਭਵਿੱਖਬਾਣੀ ਹੈ ਕਿ ਸਿੱਖ ਇਸ ਸੰਸਾਰ ਦੇ ਆਖਰੀ ਮਨੁੱਖ ਹੋਣਗੇ। ਇਤਿਹਾਸ ਦਾ ਘਟਨਾਕ੍ਰਮ ਕੁਝ ਇਸ ਤਰ੍ਹਾਂ ਨਾਲ ਚੱਲਿਆ ਕਿ ਸਿੱਖਾਂ ਨੂੰ ਸੰਸਾਰ ਦੀਆਂ ਦੋ ਵੱਡੀਆਂ ਬਹਾਦਰ ਕੌਮਾਂ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਵਾਰੋ-ਵਾਰੀ ਲੋਹਾ ਲੈਣਾ ਪਿਆ। ਕੋਈ ਵੀ ਕੌਮ ਬਹਾਦਰੀ ਵਿੱਚ ਇੱਕ ਦੂਜੇ ਤੋਂ ਘੱਟ ਨਹੀਂ ਸੀ, ਪਰ ਸਿੱਖਾਂ ਬਾਰੇ ਇਹਨਾਂ ਦੂਜੀਆਂ ਕੌਮਾਂ ਦੇ ਲੇਖਕਾਂ ਨੇ ਕੀ ਰਾਏ ਪ੍ਰਗਟ ਕੀਤੀ, ਇਹ ਆਪਣੇ ਆਪ ਵਿੱਚ ਇੱਕ ਬੜੀ ਹੀ ਦਿਲਚਸਪ ਵਾਰਤਾ ਹੈ। ਉਹਨਾਂ ਨੇ ਕੇਵਲ ਸਿੱਖਾਂ ਦੀ ਬਹਾਦਰੀ ਦੀ ਗੱਲ ਹੀ ਨਾ ਕੀਤੀ, ਸਗੋਂ ਉਹਨਾਂ ਦੇ ਲੀਡਰਾਂ ਦੇ ਦੋਸ਼ਾਂ ਦਾ ਵੀ ਖੂਬ ਵਰਣਨ ਕੀਤਾ। ਇਹਨਾਂ ਲਿਖਤਾਂ ਵਿੱਚ ਬਿਆਨੇ ਗਏ ਸੱਚ ਨੂੰ ਜੇਕਰ ਸਿੱਖ ਯਾਦ ਰੱਖ ਲੈਣ ਤਾਂ ਭਵਿੱਖ ਵਿੱਚ ਵੀ ਕਈ ਹਾਰਾਂ ਤੋਂ ਬਚ ਸਕਣ ਦੇ ਨਾਲ-ਨਾਲ ਤਾਇਨਬੀ ਵੱਲੋਂ ਸਿੱਖਾਂ ਬਾਰੇ ਕੀਤੀ ਗਈ ਭਵਿੱਖਬਾਣੀ ਦੇ ਆਪ ਵੀ ਅਰਥ ਸਮਝ ਸਕਦੇ ਹਨ ਤੇ ਦੂਜਿਆਂ ਨੂੰ ਵੀ ਸਮਝਾ ਸਕਦੇ ਹਨ। ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੇ ਨੈਤਿਕ ਸੁਭਾਅ ਅਤੇ ਚਰਿੱਤਰ ਬਲ ਦੀ ਇੱਕ ਬਹੁਤ ਹੀ ਵਧੀਆ ਮਿਸਾਲ ਪੇਸ਼ ਕੀਤੀ ਹੈ। ਉਹ ਕਹਿੰਦੇ ਹਨ, ਇੱਕ ਵਾਰੀ ਸਿੱਖਾਂ ਨੇ ਮੁਗਲਾਂ ਦੇ ਕੈਂਪ ਉੱਤੇ ਧਾਵਾ ਬੋਲ ਦਿੱਤਾ ਅਤੇ ਕੈਂਪ ਤੇ ਕਬਜ਼ਾ ਕਰ ਲਿਆ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਕੈਂਪ ਪਤਨੀਆਂ ਦਾ ਸੀ ਤਾਂ ਉਹ ਇੱਕਦਮ ਸੰਭਲੇ, ਕਿਰਪਾਨਾਂ ਮਿਆਨਾਂ ਵਿੱਚ ਪਾ ਲਈਆਂ ਅਤੇ ਘੋੜਿਆਂ ਦੀਆਂ ਵਾਗਾਂ ਪਿਛਾਂਹ ਨੂੰ ਮੋੜ ਲਈਆਂ ਤੇ ਉਹ ਗਏ। ਚੂ ਦਰ ਨੇਜਾ ਬਾਜੀ ਦਰ ਆਰੰਦ ਦਸਤ, ਦਰ ਆਰੰਦ ਦਰ ਫੌਜੇ ਦੁਸ਼ਮਨ ਸਿਕਸ਼ਤ। ਉਹ ਲਿਖਦੇ ਹਨ ਕਿ ਜਦ ਨੇਜੇ ਚੁੱਕ ਲੈਣ ਤਾਂ ਹੱਥਾਂ ਵਿੱਚ ਬਾਹੂਬਲ ਅਜਿਹਾ ਹੈ ਕਿ ਵੈਰੀ ਦੀ ਫੌਜ ਵਿੱਚ ਭਾਜੜ ਪਵਾ ਛੱਡਦੇ ਹਨ। ਫਿਰ ਕਾਜ਼ੀ ਨੂਰ ਮੁਹੰਮਦ ਦਾ ਇਹ ਬੋਲ ਹੈ, ਚੂੰ ਦਰ ਦਸਤ ਗੀਰੰਦ ਸ਼ਮਸ਼ੀਰੇ ਹਿੰਦ, ਬਤਾ ਜੰਦ ਅੱਜ ਹਿੰਦ ਤਾ ਮੁਲਕੇ ਸਿੰਧ। ਕਾਜ਼ੀ ਨੂਰ ਮੁਹੰਮਦ ਜੀ ਕਹਿੰਦੇ ਹਨ, ਜਦ ਇਹ ਹੱਥ ਵਿੱਚ ਤਲਵਾਰ ਫੜ ਲੈਂਦੇ ਹਨ ਤਾਂ ਵੈਰੀ ਨੂੰ ਹਿੰਦੁਸਤਾਨ ਤੋਂ ਪਰਾਂ ਸਿੰਧ ਦੇਸ਼ ਤੱਕ ਖਦੇੜ ਕੇ ਸਾਹ ਲੈਂਦੇ ਹਨ। ਅੱਗੇ ਫਿਰ ਕਾਜ਼ੀ ਨੂਰ ਮੁਹੰਮਦ ਜੀ ਕਹਿੰਦੇ ਹਨ, ਸਗਾਂ ਰਾ ਮਗੋ ਸਗ ਕੇ ਹਸਤੰਦ ਸ਼ੇਰ, ਬਮੈਦਾਨੇ ਮਰਦਾਂ ਚੂ ਸ਼ੇਰਾਂ ਦਲੇਰ। ਅਰਥਾਤ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਤਾਂ ਸ਼ੇਰ ਹਨ। ਬਹਾਦਰਾਂ ਦੇ ਰਣ ਖੇਤਰ ਵਿੱਚ ਸ਼ੇਰਾਂ ਵਾਂਗ ਦਲੇਰ ਹਨ। ਸਪੀਅਰ ਦੇ ਬੋਲ ਸਨ, ਸਿੱਖ ਕੁੱਟੇ ਜਾਣ ਨਾਲ ਤੂੜੀ ਨਹੀਂ ਬਣਦੇ, ਸਗੋਂ ਫੌਲਾਦ ਹੋ ਢਲਦੇ ਹਨ। ਮੀਰ ਮੰਨੂ ਦੇ ਬੋਲ ਸਨ, ਸਿੱਖ ਚਾਲ ਚੱਲਣ ਦੇ ਮਜ਼ਬੂਤ ਹਨ,
ਪਰ ਬਦਲੇ ਦੀ ਭਾਵਨਾ ਜ਼ਰੂਰ ਰੱਖਦੇ ਹਨ। ਫਿਰ ਨਾਦਰ ਸ਼ਾਹ ਦਾ ਇਹ ਬੋਲ ਹੈ, ਉਹ ਸਮਾਂ ਦੂਰ ਨਹੀਂ ਜਦੋਂ ਇਹ ਲੋਕ ਆਪਣੀ ਚੜ੍ਹਦੀ ਕਲਾ ਸਦਕਾ ਦੇਸ਼ ਦੇ ਹਾਕਮ ਹੋਣਗੇ। ਈ ਮੁਲਕ ਰਾਖਵਾ ਹੰਦ ਗ੍ਰਿਫਤ। 7 ਦਸੰਬਰ 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ਤੇ ਕਬਜ਼ਾ ਕਰ ਲਿਆ। ਬਾਦਸ਼ਾਹੀ ਫੌਜਾਂ ਦੀ ਜਿੱਤ ਤੇ ਟਿੱਪਣੀ ਕਰਦਿਆਂ ਕਮਰ ਖਾਨ ਲਿਖਦਾ ਹੈ, ਇਹ ਸਭ ਖੁਦਾ ਦੀ ਰਹਿਮਤ ਹੀ ਸੀ, ਸਿਆਣਪ ਜਾਂ ਬਹਾਦਰੀ ਨਹੀਂ ਕਿ ਇਹ ਹੋ ਗਿਆ। ਅੱਗੇ ਯਾਕਮੋ ਲਿਖਦਾ ਹੈ, ਅਲੀ ਉਦ ਦੀਨ ਆਪਣੇ ਇਬਰਤਨਾਮਾ ਵਿੱਚ ਲਿਖਦਾ ਹੈ, ਪੁਰਾਣੇ ਵੇਲਿਆਂ ਦੇ ਸਿੱਖ ਔਰਤਾਂ ਨੂੰ ਹੱਥ ਨਹੀਂ ਸਨ ਪਾਉਂਦੇ, ਸੋ ਉਹਨਾਂ ਨੇ ਜਹਾਨ ਖਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਬੜੀ ਹਿਫਾਜ਼ਤ ਨਾਲ ਜੰਮੂ ਵਿਖੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ। ਮੈਂ ਸਿੱਖਾਂ ਦੀ ਸਾਦਗੀ, ਇਮਾਨਦਾਰੀ ਤੇ ਮੂੰਹ ਤੇ ਗੱਲ ਕਹਿ ਦੇਣ ਦੀ ਜੁਰਤ ਨੂੰ ਬਹੁਤ ਪਸੰਦ ਕਰਦਾ ਹਾਂ। ਯਾਕਮੋ। ਸੈਲਾਨੀ ਮੂਰ ਕਰਾਫਟ ਨੇ ਆਪਣੇ ਸਫ਼ਰਨਾਮੇ ਵਿੱਚ ਲਿਖਿਆ ਹੈ, ਮੈਂ ਏਸ਼ੀਆ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿਹਾ ਰਾਜ ਹੋਰ ਨਹੀਂ ਵੇਖਿਆ। ਜਰੂਪ ਵਾਲੇ ਈਸਾ ਤੇ ਮਾਣ ਕਰਦੇ ਹਨ, ਪਰ ਭਾਰਤ ਵਿੱਚ ਮੈਂ ਅਨੇਕਾਂ ਈਸਾ ਨੱਸ ਕੇ ਤੋਪਾਂ ਸਾਹਮਣੇ ਆਉਂਦੇ ਤੇ ਮੌਤ ਨੂੰ ਗਲ ਵਕੜੀ ਪਾਉਂਦੇ ਦੇਖੇ ਹਨ। ਇਹ ਸਰ ਹੈਨਰੀ ਕਾਟਨ ਦੇ ਬਚਨ ਹਨ। ਕਵੀ ਰਾਜ ਡਾਕਟਰ ਜੋਗਿੰਦਰਪਾਲ ਸ਼ਾਸਤਰੀ ਆਪਣੀ ਪ੍ਰਸਿੱਧ ਪੁਸਤਕ ਭਾਰਤ ਮੇਂ ਜਾਟ ਰਾਜ ਉਰਦੂ एडिशन ਦੇ पन्ना 77 ਤੇ ਲਿਖਦਾ ਹੈ, इटालियन जाति में जूलियस सीजर, फ्रांसीसियों में नेपोलियन, जर्मनों में हिटलर और यूनानियों में जो स्थान सिकंदर का है, उससे भी ज्यादा अहम, बावकार और नुमायां दर्जा जाट जाति में महाराजा रणजीत सिंह का है। ਜੇ ਗੁਲਾਬ ਸਿੰਘ ਸਿੱਖਾਂ ਨਾਲ ਗਦਾਰੀ ਨਾ ਕਰਦਾ, ਸਭਰਾਵਾਂ ਦੀ ਜੰਗ ਸਮੇਂ ਤਾਂ ਇੱਧਰ ਉੱਧਰ ਖਿੰਡਰੀ ਪਈ ਅੰਗਰੇਜ਼ੀ ਫੌਜ ਸਿੱਖਾਂ ਹੱਥੋਂ ਮਾਰੀ ਜਾਂਦੀ। ਇਹ ਸਰ ਚਾਰਲਸ ਜੇਮਜ਼ ਨੇਪੀਅਰ ਦੇ ਬਚਨ ਹਨ। ਅਖੀਰ ਸਾਨੂੰ ਪਤਾ ਲੱਗ ਗਿਆ ਕਿ ਉਹ ਸਿੱਖ ਬਹਾਦਰ ਤੇ ਜਾਨ ਮਾਰ ਸਿਪਾਹੀ ਹਨ। ਅਫਸੋਸ ਹੈ ਕਿ ਉਹਨਾਂ ਦੇ ਜਰਨੈਲ ਗਦਾਰ ਨਿਕਲੇ। ਇਹ ਸਮਿਥ ਕਹਿੰਦਾ ਹੈ, ਦੁਬਦੂ ਲੜਾਈ ਵਿੱਚ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ। ਜੇਮਜ਼ ਕਹਿੰਦਾ ਹੈ। ਅੱਗੇ ਮਲੈਸਨ ਕਹਿੰਦਾ ਹੈ, ਜੇ ਸਿੱਖ ਫੌਜ ਦਾ ਕੋਈ ਚੰਗਾ ਰਹਿਬਰ ਹੁੰਦਾ ਤਾਂ ਅੰਗਰੇਜ਼ਾਂ ਨੂੰ ਕੋਈ ਵੀ ਨਹੀਂ ਸੀ ਬਚਾ ਸਕਦਾ। ਫਿਰ ਕਨਿੰਗਮ ਦੇ ਬੋਲ ਹਨ, ਉਹ ਗਦਾਰ ਜਰਨੈਲ ਉਸ ਸਾਰੀ ਫੌਜ ਨੂੰ ਮਰਵਾਉਣਾ ਚਾਹੁੰਦੇ ਸਨ ਜਿਹੜੀ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੀ ਸੀ। ਮੈਕ ਗਰੇਗਰ ਦੇ ਬੋਲ ਹਨ, ਸਿੱਖ ਲੀਡਰ ਆਪਣੀਆਂ ਫੌਜਾਂ ਨੂੰ ਤਬਾਹ ਕਰਾਉਣ ਤੇ ਤੁਲੇ ਹੋਏ ਸਨ। ਚੇਲਿਆਂ ਵਾਲੀ ਮਹਾਨ ਲੜਾਈ ਬਾਰੇ ਵਿਚਾਰ ਪ੍ਰਗਟ ਕਰਦਿਆਂ ਅੰਗਰੇਜ਼ੀ ਫੌਜ ਦਾ ਇੱਕ ਅਫਸਰ ਥਾਕਵੈਲ ਲਿਖਦਾ ਹੈ, ਮੈਨੂੰ ਅਜਿਹਾ ਜਾਪਦਾ ਸੀ ਕਿ ਮੇਰੀ ਫੌਜ ਦਾ ਇੱਕ ਵੀ ਆਦਮੀ ਜਿਉਂਦਾ ਨਹੀਂ ਬਚਿਆ। ਅੱਗੇ ਗੱਫ ਦਾ ਬੋਲ ਹੈ, ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖ ਫੌਜ ਦੇ ਆਗੂ ਨਿਕੰਮੇ ਸਨ। ਕਦੀ ਕਿਸੇ ਹਿੰਦੁਸਤਾਨੀ ਫੌਜ ਨੇ, ਜਿਸ ਦੀ ਗਿਣਤੀ ਇੰਨੀ ਘੱਟ ਹੋਵੇ, ਅੰਗਰੇਜ਼ਾਂ ਦਾ ਇੰਨੀ ਬਹਾਦਰੀ ਨਾਲ ਟਾਕਰਾ ਨਹੀਂ ਸੀ ਕੀਤਾ ਜਿਵੇਂ ਸਿੱਖਾਂ ਨੇ ਇਸ ਲੜਾਈ ਸਭਰਾਵਾਂ ਦੀ ਜੰਗ ਵਿੱਚ ਕੀਤਾ ਸੀ। ਅੰਗਰੇਜ਼ ਜਿੱਤ ਗਏ ਸਨ, ਪਰ ਜੇ ਸਿੱਖਾਂ ਨੂੰ ਇਹੋ ਜਿਹੇ ਆਗੂ, ਗਦਾਰ ਆਗੂ ਨਾ ਮਿਲਦੇ ਤਾਂ ਲੜਾਈ ਦਾ ਨਤੀਜਾ ਇਹ ਕੁਝ ਨਾ ਨਿਕਲਦਾ। ਹਿੰਦੁਸਤਾਨ ਦੀਆਂ ਸਾਰੀਆਂ ਫੌਜਾਂ ਦੇ ਮੁਕਾਬਲੇ ਤੇ
ਸਿੱਖ ਸਖਤ ਜਾਨ ਲੜਾਈ ਵਿੱਚ ਅਜਿੱਤ ਤੇ ਬਹਾਦਰ ਵਾਕਿਆ ਹੋਏ ਸਨ। ਇਹ ਚਾਰਲਸ ਗੱਫ ਤੇ ਆਰਥਰ ਡੀ ਇਨਰਜ਼ ਦਾ ਸਿੱਖ ਵਾਰ ਇਹ ਉਹਦੇ ਬੋਲ ਹਨ। ਫੇਰੂ ਸ਼ਹਿਰ ਦੀ ਲੜਾਈ ਮਹਾਨ ਜੰਗਾਂ ਵਿੱਚੋਂ ਇੱਕ ਸੀ। ਅੰਗਰੇਜ਼ਾਂ ਨੇ ਜਿੰਨੀਆਂ ਲੜਾਈਆਂ ਹਿੰਦੁਸਤਾਨ ਵਿੱਚ ਲੜੀਆਂ ਸਨ, ਉਹਨਾਂ ਸਾਰੀਆਂ ਨਾਲੋਂ ਇਹ ਵਧੇਰੇ ਖਤਰਨਾਕ ਹੈ। ਸਿੱਖਾਂ ਨੇ ਅੰਗਰੇਜ਼ੀ ਹਕੂਮਤ ਨੂੰ ਇਸ ਲੜਾਈ ਨਾਲ ਜੜੋਂ ਹਿਲਾ ਦਿੱਤਾ ਹੈ। ਇਹ ਗਾਰਡਨ ਦਾ ਬੋਲ ਹੈ। ਅੱਗੇ ਕਨਿੰਗਮ ਦਾ ਬੋਲ ਹੈ। ਪਹਿਲੀ ਵੇਰ ਅੰਗਰੇਜ਼ਾਂ ਨੂੰ ਆਪਣੇ ਮੁਕਾਬਲੇ ਦੇ ਦੁਸ਼ਮਣ ਨਾਲ ਵਾਹ ਪਿਆ ਸੀ। ਇੱਕ ਹੋਰ ਥਾਂ ਉਹ ਸਿੱਖਾਂ ਦੇ ਗਦਾਰ ਜਰਨੈਲ ਜਿੱਤੇ ਹੋਏ ਅੰਗਰੇਜ਼ਾਂ ਦੇ ਵਜ਼ੀਰ ਬਣਨਾ ਚਾਹੁੰਦੇ ਹਨ। ਇਸੇ ਲਈ ਉਹਨਾਂ ਫਿਰੋਜ਼ਪੁਰ ਤੇ ਧਾਵਾ ਨਾ ਕੀਤਾ। ਉਹ ਅੰਗਰੇਜ਼ਾਂ ਨੂੰ ਆਪਣੀਆਂ ਕਰਤੂਤਾਂ ਤੋਂ ਜਾਣੂ ਕਰਾਉਂਦੇ ਰਹੇ। ਸਿੱਖ ਭਾਰਤ ਦੀਆਂ ਸਾਰੀਆਂ ਕੌਮਾਂ ਨਾਲੋਂ ਸਖਤ ਜਾਨ ਤੇ ਬਹਾਦਰ ਕੌਮ ਹੈ। ਮੈਂ ਕਿਸੇ ਵੀ ਸਿੱਖ ਨੂੰ ਮਾਰ ਪੈਣ ਤੇ ਪੁਲਿਸ ਦੀਆਂ ਡਾਂਗਾਂ ਦੀ ਮਾਰ ਹੇਠ ਆਉਣ ਤੇ ਹਾਏ ਹਾਏ ਕਰਦਾ ਨਹੀਂ ਵੇਖਿਆ। ਮੈਨੂੰ ਤਾਂ ਇਉਂ ਜਾਪਿਆ ਹੈ ਕਿ ਪੁਲਿਸ ਵਿੱਚ ਸ਼ੈਤਾਨ ਵਸਦਾ ਹੈ ਤੇ ਸਿੱਖਾਂ ਵਿੱਚ ਰੱਬ ਆਪ ਭਗਵਾਨ ਪ੍ਰਤੱਖ ਵਸਦਾ ਹੈ। ਇਹ ਫਾਦਰ ਸੀ ਐਫ ਐਂਡਰਿਊਜ਼ ਦੇ ਬੋਲ ਹਨ। ਰਾਬਰਟ ਕਸਟ ਆਪਣੀ ਡਾਇਰੀ ਵਿੱਚ ਲਿਖਦਾ ਹੈ, ਹਜ਼ਾਰਾਂ ਵਰ੍ਹਿਆਂ ਦੇ ਇਤਿਹਾਸ ਵਿੱਚ ਸਿਰਫ ਉਸ 1845 ਦੇ ਦਸੰਬਰ ਦੀ ਰਾਤ ਨੂੰ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਕੁਝ ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਸੀ। ਜੇ ਉਸ ਸਵੇਰ 22 ਦਸੰਬਰ 1845 ਨੂੰ ਸਿੱਖ ਇੱਕ ਵੀ ਗੋਲੀ ਚਲਾ ਦਿੰਦੇ ਤਾਂ ਭਾਰਤ ਵਿੱਚੋਂ ਅੰਗਰੇਜ਼ੀ ਰਾਜ ਖਤਮ ਹੋ ਜਾਂਦਾ, ਪਰ ਇਉਂ ਹੋ ਨਾ ਸਕਿਆ। ਇਹ ਡਾਕਟਰ ਹਰੀ ਰਾਮ ਗੁਪਤਾ ਕਹਿੰਦਾ ਹੈ। ਸਿੱਖਾਂ ਬਾਰੇ ਡੂੰਘਾ ਗਿਆਨ ਰੱਖਣ ਵਾਲੇ ਕਿਸੇ ਵਿਅਕਤੀ ਨੇ ਕਿੰਨੀ ਦਰੁਸਤ ਗੱਲ ਕਹੀ ਹੈ। ਉਹ ਕਹਿੰਦਾ ਹੈ, ਬਟ ਫੋਰ ਦਾ ਫੋਲੀਜ਼ of the Sikh leadership, it would have been a world religion today। ਉਹਦਾ ਭਾਵ, ਜੋ ਸਿੱਖ ਲੀਡਰਸ਼ਿਪ ਗਲਤੀਆਂ ਨਾ ਕਰਦੀ ਤਾਂ ਇਹ ਅੱਜ ਦੁਨੀਆ ਦਾ ਵੱਡਾ ਧਰਮ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।